ਬੈਠੇ ਨੂੰ ਕਿੱਥੇ ਸਾਂਭਾਂਗੇ। ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਭਜਨ ਪੜ੍ਹਦੇ ਆ ਨਾ, ਸੁਖ ਮੇ ਬਹੁਤ ਸੰਗੀ ਭਏ, ਦੁੱਖ ਮੇ ਸੰਗ ਨਾ ਹੋਏ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੀਰੈ। ਦੁੱਖ ਦੇ ਸਮੇਂ ਵਿੱਚ, ਔਖੇ ਵੇਲੇ, ਇਹੋ ਜਿਹੀ ਘੜੀ ਦੇ ਵਿੱਚ ਕੋਈ ਮਿੱਤਰ ਨਹੀਂ ਬਣਦਾ। ਭੌਰੇ ਵੀ ਉਹਨਾਂ ਫੁੱਲਾਂ ਤੇ ਮੰਡਰਾਉਂਦੇ ਨੇ ਜਿਹੜੇ ਫੁੱਲ ਖਿੜੇ ਹੋਣ। ਬਹੁਤੀ ਸਰਦੀ ਦੇ ਕਾਰਨ ਜਦੋਂ ਫੁੱਲ ਮੁਰਝਾ ਜਾਂਦੇ ਨੇ, ਉਦੋਂ ਤੇ ਭੌਰੇ ਵੀ ਨਹੀਂ ਆਉਂਦੇ। ਪੰਛੀ ਵੀ ਹਰੇ ਭਰੇ ਰੁੱਖਾਂ ਤੇ ਜਾ ਕੇ ਬੈਠਦੇ ਨੇ ਜਿੱਥੇ ਫਲ ਲੱਗੇ ਹੋ। ਸੁੱਕੇ ਰੁੱਖਾਂ ਤੇ ਕਿਹੜਾ ਪੰਛੀ ਜਾ ਕੇ ਬੈਠਦਾ ਹੈ? ਇਹ ਕੁਦਰਤ ਦਾ ਇੱਕ ਬਣਿਆ ਹੋਇਆ ਹੈ। ਦੁੱਖ ਦੇ ਵਿੱਚ, ਔਖੇ ਵੇਲੇ ਕੋਈ ਕਿਸੇ ਦਾ ਸਾਥੀ ਨਹੀਂ। ਜੇਕਰ ਕੋਈ ਹੈ ਤੇ ਪਾਤਸ਼ਾਹ ਕਹਿੰਦੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੇ ਕੋਈ ਸਹਾਈ ਹੈ, ਮਿੱਤਰ ਹੈ, ਤੇ ਕੇਵਲ ਉਹ ਅਕਾਲ ਪੁਰਖ ਪ੍ਰਮਾਤਮਾ। ਤੇ ਭਾਈ ਜੇਠਾ ਜੀ ਮਾਤਾ ਪਿਤਾ ਵੀ ਅਕਾਲ ਚਲਾਣਾ ਕਰਕੇ ਨਾਨੀ ਜੀ ਸਨ ਪਿੰਡ ਬਾਸਰ ਕੇ ਤੋਂ। ਭਾਈ ਜੇਠਾ ਜੀ ਵੀ ਨਾਨੀ ਜੀ ਉਹਨਾਂ ਨੂੰ ਆਪਣੇ ਕੋਲ ਲੈ ਗਏ। ਉਸ ਵੇਲੇ ਕੁਝ ਸਮਾਂ ਬੀਤਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹੁਕਮਾਂ ਦੇ ਨਾਲ ਭਾਈ ਗੋਂਦੇ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸ਼ਹਿਰ ਵਸਾਇਆ ਸੀ। ਜਦੋਂ ਸ਼ਹਿਰ ਵਸਿਆ, ਉੱਥੇ ਫਿਰ ਗੋਇੰਦਵਾਲ ਸਾਹਿਬ ਪਿੰਡ ਬਾਸਰ ਕੇ ਤੋਂ ਕਾਫੀ ਪਰਿਵਾਰ ਆਏ। ਭਾਈ ਜੇਠਾ ਜੀ ਵੀ ਉੱਥੇ ਪਹੁੰਚੇ, ਉਹਨਾਂ ਦੇ ਨਾਨੀ ਜੀ ਵੀ। ਘੁੰਗਣੀਆਂ ਵੇਚਦੇ ਸਨ, ਕਿਉਂਕਿ ਭਾਈ ਜੇਠਾ ਜੀ ਵੱਡੇ ਸਨ, ਭੈਣ ਭਰਾ ਇਹਨਾਂ ਤੋਂ ਛੋਟੇ ਸਨ। ਨਾਨੀ ਜੀ ਵੀ ਆਰਥਿਕ ਪੱਖੋਂ ਗਰੀਬ ਸਨ, ਕੋਈ ਆਮਦਨ ਦਾ ਸਾਧਨ ਨਹੀਂ ਸੀ। ਫਿਰ ਘੁੰਗਣੀਆਂ ਵੇਚਦੇ ਸਨ, ਆਪਣੀ ਕਿਰਤ ਕਰਦੇ ਹੋਏ, ਪਰ ਹੌਸਲਾ ਬਹੁਤ ਬੁਲੰਦ ਸੀ, ਚੜ੍ਹਦੀ ਕਲਾ ਦੀ ਮੂਰਤ ਸਨ। ਤੇ ਪਾਤਸ਼ਾਹ ਜੀ ਨੇ ਫਿਰ ਕਿਰਤਕਾਰ ਕਰਦੇ ਹੋਏ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਉੱਥੇ ਸੇਵਾ ਕਰਦੇ ਰਹੇ। ਇੱਟਾਂ ਢੋਂਦੇ ਰਹੇ, ਟੋਕਰੀ ਢੋਂਦੇ ਰਹੇ, ਤਾਨੋ ਮਨੋ ਹੋ ਕੇ ਸੇਵਾ ਕੀਤੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਚਿੱਤ ਵੀ ਉਦੋਂ ਹੀ ਜੁੜਦਾ ਜਦੋਂ ਲਗਨ ਹੁੰਦੀ ਹੈ, ਸ਼ੌਕ ਹੁੰਦੀ, ਜਦੋਂ ਗੁਰੂ ਦੇ ਨਾਲ ਪਿਆਰ ਬਣ ਜਾਂਦਾ ਹੈ। ਤਾਂ ਕਰਕੇ ਸਾਚ ਕਹੋ ਸੁਨ ਲਿਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਜਿਨ੍ਹਾਂ ਦੇ ਅੰਦਰ ਲਗਨ ਹੈ, ਸ਼ੌਕ ਹੈ, ਉਹ ਫਿਰ ਚਿੱਤ ਲਾ ਕੇ ਸੇਵਾ ਕਰਦੇ ਨੇ। 20 ਸਾਲ ਦੇ ਜਦੋਂ ਹੋਏ, 1554 ਦੇ ਕਰੀਬ, ਉਦੋਂ ਫਿਰ ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਛੋਟੀ ਬੇਟੀ ਹੈ ਬੀਬੀ ਭਾਨੀ ਜੀ। ਉੱਥੇ ਸੇਵਾ ਕਰਦੇ ਹੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਜੀ ਨੇ ਕਹਿ ਦਿੱਤਾ ਕਿ ਬੱਚੀ ਵਾਸਤੇ ਇਹੋ ਜਿਹਾ ਵਰ ਹੋਣਾ ਚਾਹੀਦਾ ਹੈ। ਤੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਵੀ ਸੁਭਾਵਿਕ ਹੀ ਕਹਿ ਦਿੱਤਾ ਕਿ ਇਹੋ ਜਿਹਾ ਤਾਂ ਇਹੋ ਹੀ ਹੈ। ਜਦੋਂ ਫਿਰ 20 ਸਾਲ ਦੇ ਹੋਏ, ਬੀਬੀ ਭਾਨੀ ਜੀ ਦੇ ਨਾਲ ਵਿਆਹ ਹੋਇਆ। ਵਿਆਹ ਤੋਂ ਬਾਅਦ ਵੀ ਕੋਈ ਰਿਸ਼ਤੇ ਦੇ ਵਿੱਚ ਵੰਡੀ ਨਹੀਂ ਪਾਈ, ਕੋਈ ਸਹੁਰੇ ਜਵਾਈ ਵਾਲਾ ਰਿਸ਼ਤਾ ਨਹੀਂ ਰੱਖਿਆ, ਕੇਵਲ ਗੁਰੂ ਤੇ ਗੁਰੂ ਦੇ ਸਿੱਖ ਵਾਲਾ ਹੀ ਰਿਸ਼ਤਾ ਰੱਖਿਆ। 20 ਸਾਲ ਦੇ ਸਨ ਜਦੋਂ ਵਿਆਹ ਹੋਇਆ। ਵਿਆਹ ਤੋਂ ਬਾਅਦ ਵੀ 20 ਸਾਲ 1574 ਤੱਕ ਫਿਰ ਟੋਕਰੀ ਢੋਂਦੇ ਰਹੇ, ਕਿਉਂਕਿ 1574 ਦੇ ਵਿੱਚ ਪਾਤਸ਼ਾਹ ਜੀ ਨੂੰ ਗੁਰਗੱਦੀ ਮਿਲਦੀ ਹੈ, ਗੁਰੂ ਰਾਮਦਾਸ ਮਹਾਰਾਜ ਜੀ ਬਣੇ। 20 ਸਾਲ ਵਿਆਹ ਤੋਂ ਬਾਅਦ ਵੀ ਇੰਨੀ ਸੇਵਾ ਕੀਤੀ, ਟੋਕਰੀ ਢੋਂਦੇ ਰਹੇ। ਭਾਵੇਂ ਇੱਕ ਵਾਰੀ ਉਹਨਾਂ ਦੇ ਸ਼ਰੀਕ ਦੇ ਵਿੱਚੋਂ ਜਦੋਂ ਲਾਹੌਰ ਦੀ ਮੰਡੀ ਤੋਂ ਕੁਝ ਉਹਨਾਂ ਦੇ ਰਿਸ਼ਤੇਦਾਰ ਜਦੋਂ ਹਰਿਦੁਆਰ ਜਾ ਰਹੇ ਸਨ ਤੇ ਅਚਾਨਕ ਗੋਇੰਦਵਾਲ ਸਾਹਿਬ ਆ ਗਏ। ਤੇ ਵੇ ਸੋਚਦੇ ਹੋਣੇ ਵੀ ਹੁਣ ਤੇ ਭਾਈ ਜੇਠਾ ਬੜੀ ਠਾੜ ਬਾਠ ਦੇ ਨਾਲ ਰਹਿੰਦਾ ਹੋਣਾ,
ਤੇ ਜਦੋਂ ਵੇਖਿਆ ਹਜੇ ਵੀ ਸੇਵਾ ਦੇ ਵਿੱਚ ਟੋਕਰੀ ਢੋ ਰਹੇ ਨੇ ਗਾਰੇ ਹੋਏ, ਇੱਟਾਂ ਦੀ ਸੇਵਾ ਕਰ ਰਹੇ ਨੇ। ਤੇ ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿਹਾ ਵੀ ਤੁਸੀਂ ਇਹਦੇ ਕੋਲੋਂ ਟੋਕਰੀ ਢੋਆ ਰਹੇ ਹੋ। ਤੇ ਉਹ ਕਹਿਣ ਲੱਗੇ, ਪਾਤਸ਼ਾਹ ਕਹਿਣ ਲੱਗੇ, ਗਾਰੇ ਦੀ ਟੋਕਰੀ ਨਹੀਂ, ਇਹ ਤਾਂ ਭਾਈ ਜੇਠੇ ਤੇ ਰਾਜ ਜੋਗ ਦਾ ਤਖਤ ਝੁੱਲਣ ਦਾ ਨਿਸ਼ਾਨ ਹੈ। ਇਹ ਤਾਂ ਦੁਨੀਆ ਦਾ ਰਾਜਾ ਭਾਈ ਜੇਠਾ, ਇਹ ਕੋਈ ਟੋਕਰੀ ਨਹੀਂ ਢੋ ਰਿਹਾ। ਤੇ ਉਹ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਿਆਰ ਦੀ ਮੂਰਤ, ਬਖਸ਼ਿਸ਼ ਰਹਿਮਤਾਂ ਦੀ ਮੂਰਤ, ਪਾਤਸ਼ਾਹ ਜੀ ਦੀ ਸੇਵਾ ਨੂੰ ਵਿਚਾਰ ਚੱਲ ਲਾਈ। ਤੇ 1574 ਈਸਵੀ ਦੇ ਵਿੱਚ ਪਾਤਸ਼ਾਹ ਜੀ ਨੂੰ ਗੁਰਗੱਦੀ ਬਖਸ਼ੀ। 7 ਸਾਲ ਗੁਰੂ ਰਾਮਦਾਸ ਮਹਾਰਾਜ ਜੀ ਗੁਰਗੱਦੀ ਤੇ ਬਿਰਾਜਮਾਨ ਰਹੇ। ਕੁੱਲ ਉਮਰ ਸਰੀਰਕ ਤੌਰ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ 47 ਸਾਲ ਦੀ ਹੈ। 40 ਸਾਲ ਦੀ ਉਮਰ ਦੇ ਵਿੱਚ 41ਵੇਂ ਦੇ ਵਿੱਚ ਜਦੋਂ ਮਿਲੀ ਗੱਦੀ, 7 ਸਾਲ ਫਿਰ ਉੱਥੇ ਗੁਰੂ ਕਾ ਚੱਕ ਨਗਰ ਬਸਾਇਆ, ਫਿਰ ਰਾਮਦਾਸਪੁਰ ਪੈ ਗਿਆ। ਅੱਜ ਆਪਾਂ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਕਹਿੰਦੇ ਹਾਂ। ਇਹ ਕਲਪਨਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੀ, ਮਨ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਇੱਕ ਸੰਘਣੀਆਂ ਬਾਦੇ ਵਾਲਾ ਸ਼ਹਿਰ ਬਣਾਉਣਾ ਹੈ। ਕਲਪਨਾ ਗੁਰੂ ਅਮਰਦਾਸ ਜੀ ਦੀ ਤੇ ਵਸਾਇਆ ਗੁਰੂ ਰਾਮਦਾਸ ਜੀ ਨੇ, ਤੇ ਸੰਪੂਰਨਤਾ ਕੀਤੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਕੈਸੀ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਅੰਮ੍ਰਿਤਸਰ ਸ਼ਹਿਰ ਨੂੰ ਇੱਕ ਸੰਘਣੀ ਆਬਾਦੀ ਵਾਲਾ ਸ਼ਹਿਰ ਵਸਾਇਆ। ਸੋ ਐਸੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਆਪ ਜੀ ਗੁਰਬਾਣੀ ਨਾਲ ਜੁੜ ਬੈਠੇ ਹੋ। ਸੋ ਆਓ, ਧੰਨ ਧੰਨ ਰਾਮਦਾਸ ਗੁਰ, ਜਿਨ ਸ੍ਰਿਆ ਤਿਨੈ ਸੁਮਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਤਾਰਿਆ। ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਜਿਨ
लभ लोभ काम क्रोध मोह मार कटे खुद सब पर तारिया तन सो तेरा थान है सत तेरा पैस कारिया तन सो तेरा थान है धन सो तेरा थान है धन सो तेरा थान है सत तेरा कैश करिया धन सो तेरा थान है सत तेरा कैश करिया जिन सिया किने सवारिया जिन सिया धन धन रामदास गुरु धन धन रामदास गुरु नानक तू लहरा तू है अमर तू विचारिया नानक तू लहरा तू है नानक तू नानक तू लहरा तू है गुर अमर तू विचारिया गुर अमर तू नानक तू लहरा तू है गुर अमर तू विचारिया गुर डिठा का मन सगारिया गुर डिठा का मन सगारिया धन धन रामदास गुरु धन धन रामदास गुरु जिन सिया किन सवारिया जिन सिया किन सवारिया जिन सिया किन सवारिया जिन सिया किन सवारिया धन धन रामदास गुरु धन धन रामदास गुरु धन धन रामदास गुरु धन धन रामदास गुरु रामकली महला तीजा आनंदिक ओंकार सतप्रसाद आनंद पया मेरी माए सतगुरु मैं सतगुरु का पाया सहज सिद्धि मन जिया सतगुरु का गावो हरि तेरा मन जिनी बसाया आनंद हुआ सतगुरु में पाया
ਖੇਲੈ ਸਗਲ ਜਗਤ ਧਿਆਇਆ ਬੁਰਿਆਈਆਂ ਬਚੈ ਧਰਮ ਦੂਰ ਕਰ ਕਰਮੀ ਆਪੋ ਆਪਣੀ ਕੇ ਦੂਰ ਜਿਨੀ ਨਾਮ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪੈਰ ਰਾਸ ਜੀਓ ਪਿੰਡ ਸਭ ਤੇਰੀ ਰਾਸ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੇ ਕਿਰਪਾ ਮੈਂ ਸੁਖ ਸੇ ਕੋਈ ਨਾ ਜਾਣੇ ਤੁਮਰਾ ਅੰਤ ਉਜਤੇ ਉਚਾ ਭਗਵੰਤ ਸਗਲ ਸਮਰੇ ਤੁਮਰੇ ਸੂਤਰ ਤਾਰੀ ਤੁਮਰੇ ਹੋਏ ਸੋ ਆਗਿਆਕਾਰੀ ਤੁਮਰੇ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਗੁਰਬਾਣੀ ਤੋਦੇ ਆਗੇ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕੋ ਨਾਨਕ ਸਭ ਦੀ ਵਡਿਆਈ ਕੋਈ ਨਾਉ ਨ ਜਾਣੇ ਤੇਰਾ ਵਾਹਿਗੁਰੂ। ਵਾਹਿਗੁਰੂ ਜੀ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਪ੍ਰਥਮ ਗੁਰ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪ੍ਰਗਟ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਸਿੱਠੇ ਸੁਖ ਜਾਏ ਤੇਗ ਬਹਾਦਰ ਸਿਮਰਿਆ ਘਰਨੋ ਨਿਧਿਆ ਵਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਤਿ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਿਆਲ ਦੇ ਧਿਆਨ ਤੱਕ ਬੋਲੋ ਜੀ। ਪੰਜਾਂ ਪਿਆਰਿਆਂ ਚੌਹ ਸਾਹਿਬਜ਼ਾਦਿਆਂ 40 ਮੁਕਤੀਆਂ 8 ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਮਾਈ ਦੇਖ